देखो ਅੱਜ ਨੋਮੀਨੇਸ਼ਨ ਭਰਨ ਆਇਆ ਹੈਗਾ। ਬਹੁਤ ਧੰਨਵਾਦ ਕਰਦੇ ਹਾਂ ਪ੍ਰਮਾਤਮਾ ਦਾ, ਸੱਚੇ ਪਾਤਸ਼ਾਹ ਦਾ, ਉਹਨਾਂ ਦੀ ਮਿਹਰ ਹੋਈ ਹੈ। ਧੰਨਵਾਦ ਕਰਦੇ ਹਾਂ ਸਾਡੀ ਜਿਹੜੀ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਾਰੇ ਮੈਂਬਰ ਸਾਹਿਬਾਨ, ਸਾਡੇ ਪ੍ਰਧਾਨ ਜੀ, ਮੁੱਖ ਮੰਤਰੀ ਸਾਹਿਬ, ਚੇਅਰਮੈਨ ਸਾਹਿਬ, ਕੈਂਪੇਨ ਕਮੇਟੀ ਔਰ ਸਾਰੇ ਸੀਨੀਅਰ ਲੀਡਰਸ ਜਿਨ੍ਹਾਂ ਦੇ ਸਦਕਾ ਇਹ ਟਿਕਟ ਮਿਲੀ। ਔਰ ਵਿਸ਼ੇਸ਼ ਧੰਨਵਾਦ ਹੈਗਾ ਸਾਡੀ ਦਾਖਾ ਹਲਕਾ ਦੀ ਸੰਗਤ ਦਾ, ਕਾਂਗਰਸ ਵਰਕਰਸ ਦਾ, ਜਿਨ੍ਹਾਂ ਦੀ ਮਿਹਨਤ ਔਰ ਅਰਦਾਸ ਸਦਕਾ ਅੱਜ ਮੈਨੂੰ ਇਹ ਮੌਕਾ ਮਿਲਿਆ। ਜਿਹੜੇ ਸਰ ਕੰਮ ਹੈਗੇ ਜਿਹੜੇ ਦਿਖੇ ਦੇਖੋ ਕੰਮ ਪਿਛਲੇ 2.5 ਸਾਲ ਦੇ ਵਿੱਚ ਜਦੋਂ ਬਾਈ ਇਲੈਕਸ਼ਨ 'ਚ ਮੈਂ ਇੱਥੇ ਇਲੈਕਸ਼ਨ ਲੜਨ ਆਇਆ ਸੀ, ਪਰ ਮੈਂ ਸਫਲ ਨਹੀਂ ਹੋ ਸਕਿਆ ਸੀ। ਬੜੀਆਂ ਗੱਲਾਂ ਕਹੀਆਂ ਗਈਆਂ ਸੀ ਮੇਰੇ ਬਾਰੇ, ਮੈਂ ਇੱਥੇ ਇਲੈਕਸ਼ਨ ਲੜ ਕੇ ਚਲੇ ਜਾਣਾ ਹੈ, ਬਹੁਤ ਗੱਲਾਂ ਬੋਲੀਆਂ ਗਈਆਂ ਸੀ। ਸੋ ਅੱਜ ਉਹੀ ਕਚਹਿਰੀ ਦੇ ਵਿੱਚ ਖੜੇ ਹੈਗੇ ਜਨਤਾ ਦੀ, ਜਨਤਾ ਫੈਸਲਾ ਕਰੂਗੀ ਕਿ ਜਿਨ੍ਹਾਂ ਨੇ ਮੇਰੇ 'ਤੇ ਇਲਜ਼ਾਮ ਲਾਏ ਸੀ ਉਹ 2.5 ਸਾਲਾਂ 'ਚ ਵਿਚਰੇ ਕਿ ਨਹੀਂ ਵਿਚਰੇ, ਅਤੇ ਮੈਂ ਉਹਨਾਂ ਦਾ ਪਰਿਵਾਰ ਦਾ ਹਿੱਸਾ ਬਣ ਕੇ ਰਿਹਾ ਕਿ ਨਹੀਂ ਰਿਹਾ। ਜਿੱਥੋਂ ਤੱਕ ਵਿਕਾਸ ਦੀ ਗੱਲ ਹੈਗੀ ਹੈ, ਦਾਖਾ ਹਲਕੇ ਦੇ ਵਿੱਚ ਜਿਸ ਕਿਸਮ ਦਾ ਵਿਕਾਸ ਪਿਛਲੇ 2.5 ਸਾਲਾਂ 'ਚ ਹੋਇਆ, ਉਸ ਦੀ ਜੇ ਸਹੀ ਜ਼ਬਾਨੀ ਤੁਸੀਂ ਜਾਂ ਸਹੀ ਇਨਫੋਰਮੇਸ਼ਨ ਲੈਣੀ ਹੈ ਤਾਂ ਦਾਖੇ ਹਲਕੇ ਦੇ ਲੋਕਾਂ ਨੂੰ, ਸੰਗਤ ਨੂੰ ਪੁੱਛੋ, ਉਹ ਸਹੀ ਤੌਰ 'ਤੇ ਤੁਹਾਨੂੰ ਦੱਸਣਗੇ ਕਿ ਕਿਸ ਤਰੀਕੇ ਨਾਲ ਰਿਕਾਰਡ ਕੰਮ ਹੋਏ ਹੈ। ਭਾਵੇਂ ਬੱਸ ਸਟੈਂਡ ਲੈ ਕੇ ਆਉਣਾ ਔਰ ਉਹਦਾ ਨਿਰਮਾਣ ਕਰਕੇ ਉਹਨੂੰ ਲੋਕਾਂ ਨੂੰ ਸਮਰਪਿਤ ਕਰਨਾ, ITI ਨੂੰ ਚਲਾਉਣਾ, ਫਾਇਰ ਸਟੇਸ਼ਨ, ਸੀਨੀਅਰ ਸਿਟੀਜ਼ਨ ਹੋਮ, ਮਾਰਗ ਜਿਹੜਾ ਸਾਡਾ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਨਾਂ 'ਤੇ ਉਹ ਹੋਣਾ, ਔਰ ਇਸ ਤੋਂ ਇਲਾਵਾ ਅਨੇਕਾਂ ਕੰਮ ਜਿਹੜੇ ਪਿੰਡਾਂ ਦੇ ਵਿੱਚ ਜਾਂ ਸ਼ਹਿਰ ਵਿੱਚ ਹੋਏ ਆ, ਉਹ ਲੋਕਾਂ ਦੀਆਂ ਨਜ਼ਰਾਂ ਵਿੱਚ ਹੈਗੇ ਆ ਔਰ ਲੋਕਾਂ ਨੂੰ ਆਲਰੇਡੀ ਸਮਰਪਿਤ ਹੋ ਚੁੱਕੇ ਹੈਗੇ। ਸਰ ਜਿਨ੍ਹਾਂ ਦੀਆਂ ਟਿਕਟਾਂ ਕੱਟੀਆਂ ਗਈਆਂ ਨੇ ਉਹ ਲੱਗਦਾ ਉਹਨੂੰ ਵਿਰੋਧ ਕਰ ਸਕਦੇ ਨੇ। ਦੇਖੋ ਸਾਹਿਬ, ਇਸ ਤਰ੍ਹਾਂ ਹੈ ਕਿ ਜਦੋਂ ਟਿਕਟ ਨਹੀਂ ਮਿਲਦੀ, ਹਰ ਇਨਸਾਨ ਨੇ ਮਿਹਨਤ ਕੀਤੀ ਹੁੰਦੀ ਹੈ ਔਰ ਹਰ ਇਨਸਾਨ ਦੀ ਜਮਹੂਰੀਅਤ ਦੇ ਵਿੱਚ ਇਹ ਹੱਕ ਹੁੰਦਾ ਹੈ ਟਿਕਟ ਮੰਗਣਾ, ਔਰ ਤੁਹਾਨੂੰ ਇੱਕ ਐਕਸਪੈਕਟੇਸ਼ਨਸ ਹੁੰਦੀਆਂ ਕਿ ਮੈਨੂੰ ਟਿਕਟ ਮਿਲੂਗੀ, ਪਰ ਇੰਨੇ ਜਾਣਿਆਂ ਵਿੱਚੋਂ ਜਿਹੜੀ ਟਿਕਟ ਹੁੰਦੀ ਹੈ ਉਹ ਇੱਕ ਜਾਣੇ ਨੂੰ ਹੀ ਦਿੱਤੀ ਜਾਂਦੀ ਹੈ। ਉਹ ਸੁਭਾਵਿਕ ਹੈਗਾ ਕਿ ਜਿਸ ਇਨਸਾਨ ਨੂੰ, ਜਿਸ ਪਰਿਵਾਰ ਨੂੰ ਟਿਕਟ ਨਹੀਂ ਮਿਲਦੀ, ਉਹਦਾ ਨਾਰਾਜ਼ ਹੋਣਾ, ਗੁੱਸੇ ਹੋਣਾ ਸੁਭਾਵਿਕ ਹੈ। ਪਰ ਪਾਰਟੀ ਜਿਹੜੀ ਹੈਗੀ ਇੱਕ ਮਾਂ ਹੁੰਦੀ ਆ ਔਰ ਮਾਂ ਪ੍ਰਤੀ ਜਿਹੜਾ ਰਿਸ਼ਤਾ ਹੁੰਦਾ ਇਨਸਾਨ ਦਾ ਉਹ ਹੀ ਰਹਿੰਦਾ ਹੈ। ਨਾਰਾਜ਼ ਜਿੰਨਾ ਮਰਜ਼ੀ ਹੋਵੇ, ਅਖੀਰ ਦੇ ਵਿੱਚ ਪਾਰਟੀ ਦੀ ਜਿਹੜੀ ਹੈਗੀ ਹੈ ਜਾਂ ਮਾਂ ਦੀ ਜਿਹੜੀ ਨਿੱਘੀ ਗੋਦ ਹੈ ਉਹਦੇ ਵਿੱਚ ਵਾਪਸ ਆਉਂਦਾ। ਬੇਟੀ ਜੀ ਦਾ ਕਹਿਣਾ ਮੈਂ ਆਜ਼ਾਦ ਲੜੂੰਗੀ, ਮੈਂ ਪਿਛਲੇ 5 ਸਾਲਾਂ ਤੋਂ ਕੰਮ ਕਰਦੀ ਵੀ ਸੀਗੀ ਅਤੇ ਹੁਣ ਮੈਨੂੰ ਸੀਟ ਨਹੀਂ ਦਿੱਤੀ ਹੈਗੀ, ਮੈਂ ਆਜ਼ਾਦ ਲੜੂੰਗੀ। ਇਸ ਤਰ੍ਹਾਂ ਹੈਗਾ ਕਿ ਬਿੱਟੀ ਜੀ ਨੇ 2012 'ਚ ਇਲੈਕਸ਼ਨ ਲੜੀ ਸੀ, ਉਦੋਂ ਬਿੱਟੀ ਜੀ ਨੇ ਇੱਥੇ ਆਏ ਸੀ, ਉਦੋਂ ਵੀ ਬੜੇ ਕੈਂਡੀਡੇਟਸ ਨੇ ਅਪਲਾਈ ਕੀਤਾ ਸੀ, ਪਰ ਪਾਰਟੀ ਨੇ ਉਦੋਂ ਇਸ ਉਚਿਤ ਸਮਝਿਆ ਕਿ ਬਿੱਟੀ ਜੀ ਇਲੈਕਸ਼ਨ ਲੜਨ ਦੇ ਯੋਗ ਹੈਗੇ ਆ। ਬਿੱਟੀ ਜੀ ਇਲੈਕਸ਼ਨ ਤੋਂ ਬਾਅਦ ਆਪਦੇ ਹਲਕੇ ਵਿੱਚ ਰਹੇ ਹੈਗੇ ਆ, ਮਿਹਨਤ ਕੀਤੀ ਹੈਗੀ ਆ, ਕੋਈ ਸ਼ੱਕ ਨਹੀਂ, ਪਰ ਪਾਰਟੀ ਦਾ ਉਹੀ ਹਿੱਸਾ ਹੈਗਾ। ਪਾਰਟੀ ਦੇ ਜਿਹੜੀ ਸੋਚ ਮੁਤਾਬਿਕ ਜਿਹੜੀ ਇਸ ਵਾਰ ਟਿਕਟ ਹੈਗੀ ਆ ਉਹ ਵਿਕਰਮ ਬਾਜਵਾ ਜੀ ਨੂੰ ਦੇ ਦਿੱਤੀ ਗਈ ਹੈਗੀ ਆ, ਔਰ ਮੈਂ ਉਮੀਦ ਕਰਦਾ ਮੇਰੀ ਭੈਣ ਹੈਗੀ ਹੈ ਉਹਨੂੰ ਬਿਲਕੁਲ ਸਮਝਾ ਕੇ ਔਰ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਪਾਰਟੀ ਦਾ ਹਿੱਸਾ ਹੁੰਦਾ ਹੈ, ਹੁਣ ਉਹ ਪਾਰਟੀ ਦੀ ਜਿਵੇਂ ਪਹਿਲਾਂ ਸੇਵਾ ਕਰਦੇ ਆਏ ਉਵੇਂ ਕਰਦੇ ਨੇ। ਕੀ ਪਤਾ ਪਾਰਟੀ ਨੇ ਉਹਨਾਂ ਲਈ ਕੋਈ ਵੱਡਾ, ਕੋਈ ਹੋਰ ਬਿਹਤਰ ਰੋਲ ਮਨ ਵਿੱਚ ਰੱਖਿਆ ਹੋਵੇ ਜਿਹੜਾ ਸਮੇਂ ਅਨੁਸਾਰ ਉਹਨਾਂ ਨੂੰ ਦਿੱਤਾ ਜਾਵੇ। ਇਹ ਸਾਰੀਆਂ ਚੀਜ਼ਾਂ ਪਾਰਟੀ ਵਿੱਚ ਹੁੰਦੀਆਂ ਔਰ ਮੈਨੂੰ ਆਸ ਹੈਗੀ ਹੈ ਕਿ ਸਤਿੰਦਰ ਬਿੱਟੀ ਜੀ ਪੂਰਾ ਸਹਿਯੋਗ ਦੇਣਗੇ ਇਸ ਇਲੈਕਸ਼ਨ ਵਿੱਚ। ਦਾਖੇ ਹਲਕੇ ਦੇ ਕਿਹੜੇ ਮੁੱਦੇ ਲੈ ਕੇ ਫਿਰ ਤੁਸੀਂ ਮੈਦਾਨ ਉਤਰੋਗੇ, ਜਾਂ ਜੋ ਪਿਛਲੇ ਨਸ਼ੇ ਨੂੰ ਲੈ ਕੇ ਕਾਫੀ ਗੱਲਾਂ ਹੁੰਦੀਆਂ? ਕੋਈ ਸ਼ੱਕ ਨਹੀਂ ਜੀ, ਨਸ਼ੇ ਨੂੰ ਲੈ ਕੇ ਦਾਖਾ ਹਲਕਾ 2012 ਤੋਂ ਲੈ ਕੇ 2017 ਵਿੱਚ ਬਹੁਤ ਚਰਚਾ ਦਾ ਵਿਸ਼ਾ ਬਣਿਆ ਰਿਹਾ, ਜੋ ਕਿ ਕਿਸੇ ਵੀ ਹਲਕੇ ਲਈ ਜਾਂ ਕਿਸੇ ਹਲਕੇ ਦੀ ਸੰਗਤ ਲਈ ਕੋਈ ਅੱਛੀ ਗੱਲ ਨਹੀਂ ਹੁੰਦੀ। ਪਰ ਤੁਸੀਂ ਇਸ ਗੱਲ ਨੂੰ ਵੀ ਮੰਨੋਗੇ ਕਿ 17 ਤੋਂ ਲੈ ਕੇ 22 ਤੱਕ ਇਹ ਜਿਹੜਾ ਚਰਚਾ ਦੇ ਵਿੱਚ ਦਾਖਾ ਹਲਕਾ ਰਹਿੰਦਾ ਸੀ, ਹੁਣ ਚਰਚਾ ਦਾ ਹਲਕਾ ਵਿਸ਼ਾ ਨਹੀਂ ਰਿਹਾ। ਬਹੁਤ ਜ਼ਿਆਦਾ ਕਾਬੂ ਕਰ ਲਿਆ ਗਿਆ ਹੈ ਕਿ ਨਸ਼ੇ 'ਤੇ ਪੂਰਨ ਤੌਰ 'ਤੇ ਖਾਤਮਾ ਨਹੀਂ ਹੋਇਆ। ਮੈਂ ਹਰ ਥਾਂ ਕਹਿੰਦਾ ਇਸ ਗੱਲ ਨੂੰ, ਔਰ ਮੈਂ ਇਸ ਗੱਲ 'ਚ ਗੁਰੇਜ਼ ਨਹੀਂ ਕਰਦਾ, ਕਿਉਂਕਿ ਤੁਸੀਂ ਜੇ ਕੋਈ ਚੀਜ਼ ਨੂੰ ਮੰਨੋਗੇ ਤਾਂ ਹੀ ਤੁਸੀਂ ਉਸ ਦੇ ਵਿੱਚ ਅੱਗੇ ਹੋਰ ਸੁਧਾਰ ਲੈ ਕੇ ਆ ਸਕਦੇ ਹੋ। ਔਰ ਇਹ ਵੀ ਇੱਕ ਹਿੱਸਾ ਹੈਗਾ ਸੋਚ ਦਾ ਕਿ ਜਦੋਂ ਅਗਲੀ ਇਲੈਕਸ਼ਨ ਵਾਹਿਗੁਰੂ ਜੀ ਮਿਹਰ ਕਰਦਾ ਔਰ ਜਿਸ ਤਰੀਕੇ ਨਾਲ ਸਾਡੇ ਮੁੱਖ ਮੰਤਰੀ ਸਾਹਿਬ ਨੇ ਕੰਮ ਕੀਤਾ ਹੈਗਾ ਔਰ ਕਾਂਗਰਸ ਸਰਕਾਰ ਆਉਂਦੀ ਹੈ, ਤਾਂ ਨਸ਼ਿਆਂ ਦਾ ਪੂਰਨ ਖਾਤਮਾ ਔਰ ਜਿਹੜੇ ਸਾਡਾ ਯੂਥ ਹੈ ਉਹਨਾਂ ਨੂੰ ਸੇਧ ਦੇ ਕੇ ਇੰਪਲੋਇਮੈਂਟ ਦਿਵਾਉਣੀ ਮੇਰਾ ਮੁੱਖ ਉਦੇਸ਼ ਰਹੂ। ਤੁਸੀਂ ਕੰਪੀਟੀਸ਼ਨ ਕਿਹਦੇ ਨਾਲ ਦੇ ਦਿਓ? ਮਨਪ੍ਰੀਤ ਇਆਲੀ ਸਟਰੋਂਗ ਹੋਲਡ ਕਿਹਾ ਜਾਂਦਾ ਉਹਨਾਂ ਦਾ, ਇੱਕ ਵਾਰੀ ਆਮ ਆਦਮੀ ਪਾਰਟੀ ਵੀ ਸੀਟ ਜਿੱਤ ਚੁੱਕੀ ਹੈ, ਚਾਹੇ ਫੁਲਕਾ ਜੀ ਛੱਡ ਕੇ ਚਲੇ ਗਏ, ਇਸ ਵਾਰੀ ਉਹਨਾਂ ਨੇ ਨਵਾਂ ਕੈਂਡੀਡੇਟ ਉਤਾਰਿਆ। ਤੁਸੀਂ ਕੰਪੀਟੀਸ਼ਨ ਕਿਹਦੇ ਨਾਲ ਦੇਖਦੇ ਹੋ? ਤੁਸੀਂ ਕਿਵੇਂ ਕਿਹਾ? ਸਭ ਕੰਪੀਟੀਸ਼ਨ ਇਸ ਤਰ੍ਹਾਂ ਹੁੰਦਾ, ਜੇ ਕੋਈ ਦੌੜ ਹੋਵੇ ਜਾਂ ਕੋਈ ਕੁਸ਼ਤੀ ਦਾ ਦੰਗਲ ਹੋਵੇ, ਸਿਹਤ ਅਨੁਸਾਰ, ਤਜਰਬੇ ਅਨੁਸਾਰ ਤੁਸੀਂ ਫੈਸਲੇ ਦੇ ਸਕਦੇ ਹੋ, ਲੈ ਸਕਦੇ ਹੋ।
ਜਿੱਥੇ ਫੈਸਲਾ ਹੀ ਤੁਹਾਡੇ ਹੱਥ ਵਿੱਚ ਹੈ ਨਹੀਂ, ਜਿੱਥੇ ਫੈਸਲਾ ਹੀ ਜਨਤਾ ਨੇ ਵੋਟਰ ਨੇ ਕਰਨਾ ਹੈ, ਉੱਥੇ ਤੁਸੀਂ ਇਹ ਕਹਿ ਸਕਦੇ ਹੋ ਕਿ ਜਿੰਨੇ ਵੀ ਲੀਡਰ ਸਾਹਿਬਾਨ ਆਪਦੀਆਂ ਪਾਰਟੀਆਂ ਤੋਂ ਖੜੇ ਹੈਗੇ ਆ, ਉਹਨਾਂ ਨੂੰ ਮੇਰੇ ਵੱਲੋਂ ਸ਼ੁਭ ਇਛਾਵਾਂ ਹੈਗੀਆਂ। ਆਪਦੀ ਪਾਰਟੀ ਵੱਲੋਂ ਉਹ ਨੋਮੀਨੇਟ ਹੋਏ ਆ, ਔਰ ਜਿਹੜੀ ਸਾਡੀ ਦਾਖੇ ਦੀ ਸੰਗਤ ਹੈ ਉਹ ਤੈਅ ਕਰੂਗੀ ਕਿ ਇਹਨਾਂ ਜਿਨ੍ਹਾਂ ਨੇ ਆਪਦੀ ਉਮੀਦਵਾਰੀ ਦੇ ਵਿੱਚ ਜਿਹੜੇ ਆ ਕੇ ਉਹਨਾਂ ਦੇ ਸਾਹਮਣੇ ਪੇਸ਼ ਹੋ ਰਹੇ ਜਨਤਾ ਦੀ ਕਚਹਿਰੀ ਵਿੱਚ, ਇਹ ਜਨਤਾ ਹੀ ਫੈਸਲਾ ਕਰੂਗੀ ਕਿ ਉਹਨਾਂ ਨੇ ਕਿਹੜੇ ਸਿਰ ਤੇ ਤਾਜ ਦੇਣਾ ਹੈ। ਕਾਂਗਰਸ ਪਾਰਟੀ ਮਨਾਊਗੀ ਜਿਹੜੇ ਰੁੱਸੇ ਹੋਏ ਨੇ? ਬਿਲਕੁਲ ਸਭ ਮਨਾਊਗੀ ਵੀ, ਇਹ ਸਾਡਾ ਫਰਜ਼ ਹੈ। ਇੱਕ ਦੂਜੇ ਨੂੰ ਭਰਾ ਭਾਈ ਬੰਧੂ ਹੈ, ਘਰ ਦੇ ਪਰਿਵਾਰ ਦੇ ਵਿੱਚ ਜੇ ਕੋਈ ਹੁੰਦੀਆਂ ਗਿਲੇ ਸ਼ਿਕਵੇ ਹੁੰਦੇ ਆ, ਮਨਾਉਣਾ ਪੈਂਦਾ ਹੈ। ਸਾਡੇ ਦਾਖਾ ਸਾਹਿਬ ਜਗਰਾਉਂ ਤੋਂ ਬਹੁਤ ਸੀਨੀਅਰ ਲੀਡਰ ਹੈ, 1992 ਤੋਂ ਲੈ ਕੇ ਉਹਨਾਂ ਨੇ ਇਲੈਕਸ਼ਨ ਲੜੀ ਹੈ, ਔਰ ਉੱਚ ਅਹੁਦਿਆਂ ਤੇ ਵੱਖ-ਵੱਖ ਅਹੁਦਿਆਂ ਤੇ ਉਹ ਰਹੇ ਹੈਗੇ ਆ। ਬਹੁਤ ਹੀ ਡਿਸਪਲਿਨਡ ਇਨਸਾਨ ਹੈਗੇ ਆ। 92 97 2002 7 12 17 ਹਮੇਸ਼ਾ ਉਹ ਚੋਣ ਪ੍ਰਕਿਰਿਆ ਦਾ ਹਿੱਸਾ ਰਹੇ ਹੈਗੇ ਆ। ਇਸ ਵਾਰ ਨਹੀਂ ਉਹਨਾਂ ਨੂੰ ਟਿਕਟ ਮਿਲ ਸਕੀ, ਬਟ ਮੈਂ ਫਿਰ ਜਿਵੇਂ ਕਹਿਣਾ ਕਿ ਜਿਸ ਕਿਸਮ ਦੀ ਉਹਨਾਂ ਦੀ ਸੀਨੀਅਰਿਟੀ ਹੈਗੀ ਹੈ, ਕੀ ਪਤਾ ਪਾਰਟੀ ਨੇ ਇੱਕ ਹੋਰ ਵੱਡਾ ਜਿਹੜਾ ਹੈਗਾ ਅਹੁਦਾ ਜਾਂ ਸੋਚ ਉਹਨਾਂ ਲਈ ਰੱਖੀ ਹੋਵੇ। ਔਰ ਮੈਂ ਆਸ ਕਰਦਾ ਕਿ ਜਿਸ ਤਰੀਕੇ ਨਾਲ ਉਹਨੇ ਪਾਰਟੀ ਨੂੰ ਸੇਵਾਵਾਂ ਦਿੱਤੀਆਂ ਹੈਗੀਆਂ ਔਰ ਜਿਸ ਤਰੀਕੇ ਨਾਲ ਰਹੇ, ਔਰ ਮੇਰੇ ਲਈ ਉਹ ਮੇਰੇ ਇੱਕ ਵੱਡੇ ਭਰਾ ਵਾਂਗ ਹੈਗੇ ਆ। ਬਾਈ ਇਲੈਕਸ਼ਨ ਦੇ ਵਿੱਚ ਜਿਸ ਤਰੀਕੇ ਨਾਲ ਉਹਨਾਂ ਨੇ ਮੇਰਾ ਹੱਥ ਫੜ ਕੇ ਮੇਰੇ ਨਾਲ ਪਿੰਡੋਂ ਪਿੰਡ ਗਏ ਸੀ, ਮੈਂ ਹਮੇਸ਼ਾ ਉਹਨਾਂ ਦਾ ਸਨਮਾਨ ਰਹਾਂਗਾ। ਇਸ ਕਰਕੇ ਇੱਕ ਜਾਤੀ ਤੌਰ ਤੇ ਵੀ ਮੈਂ ਉਹਨਾਂ ਦੀ ਬਹੁਤ ਇੱਜ਼ਤ ਕਰਦਾ। ਸਰ ਤੁਹਾਡੇ ਪੁਰਾਣੇ ਸਾਥੀ ਵੀ ਦਮਨ